ਹਾਂ ਸਵਾਉ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 62 ਦੇ ਉੱਪਰੋਂ ਅੱਜ ਦੀ ਆਰੰਭਤਾ ਹੋ ਰਹੀ ਹੈ। ਸੋ ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਪਹਿਲਾ। ਰਾਮ ਨਾਮ ਮਨ ਵਿਦਿਆ, ਅਵਰ ਕੇ ਕਰੀ ਵਿਚਾਰ। ਪਾਤਸ਼ਾਹ ਜੀ ਆਖ ਰਹੇ ਨੇ, ਰਾਮ ਨਾਮ ਮਨ ਵਿਦਿਆ, ਕਿ ਜਿਸ ਮਨੁੱਖ ਦਾ ਮਨ ਮਾਲਕ ਦੇ ਨਾਮ ਵਿੱਚ ਜਿਹੜਾ ਹੈ ਵਿਝ ਜਾਏ, ਪਰੋਤਾ ਜਾਏ, ਇਕਮਿਕ ਹੋ ਜਾਏ। ਅਵਰ ਕੇ ਕਰੀ ਵਿਚਾਰ, ਉਸ ਦੇ ਸੰਬੰਧ ਵਿੱਚ ਮੈਂ ਹੋਰ ਕੀ ਵਿਚਾਰ ਕਰਾਂ, ਮੈਂ ਹੋਰ ਕੀ ਦੱਸਾਂ, ਉਸ ਦੇ ਬਾਰੇ ਹੋਰ ਕੀ ਜਿਹੜਾ ਹੈ ਦੱਸਿਆ ਜਾ ਸਕਦਾ ਹੈ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਸਾਰ ਸ਼ਬਦ ਇੱਥੇ ਪਾਤਸ਼ਾਹ ਜੀ ਨੇ ਜਿਹੜਾ ਹੈ ਬਖਸ਼ਣਾ ਕੀਤਾ ਹੈ। ਸਾਰ ਦਾ ਅਰਥ ਇੱਥੇ ਹੈ ਸ੍ਰੇਸ਼ਟ, ਚੰਗਾ। ਪਾਤਸ਼ਾਹ ਜੀ ਆਖਣ ਲੱਗੇ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਮਾਲਕ ਦੇ ਨਾਮ ਵਿੱਚ ਫਿਰ ਰੰਗਿਆ ਜਾਂਦਾ ਹੈ, ਉਸ ਨੂੰ ਸ੍ਰੇਸ਼ਟ ਆਤਮਿਕ ਸੁੱਖ ਜਿਹੜਾ ਉਹ ਮਿਲਦਾ ਹੈ। ਅਤੇ ਜਿਸ ਦੀ ਸੁਰਤ ਸ਼ਬਦ ਦੇ ਵਿਚਾਰ ਵਿੱਚ ਜੁੜੀ ਹੋਈ ਹੈ, ਉਸ ਦੇ ਅੰਦਰ ਆਤਮਿਕ ਆਨੰਦ ਜਿਹੜਾ ਉਹ ਪੈਦਾ ਹੁੰਦਾ ਹੈ। ਸ਼ਬਦ ਸੁਰਤ ਸੁਖ ਉਪਜੈ, ਪ੍ਰਭ ਰਾਤੋ ਸੁਖ ਸਾਰ। ਜਿਉ ਭਾਵੈ ਤਿਉ ਰਾਖ ਤੂੰ, ਮੈਂ ਹਰ ਨਾਮ ਆਧਾਰ। ਕਿ ਹੇ ਮਾਲਕ ਜੀਓ, ਜਿਵੇਂ ਵੀ ਤੇਰੀ ਰਜ਼ਾ ਹੋਵੇ, ਮੈਨੂੰ ਤੂੰ ਆਪਣੇ ਚਰਨਾਂ ਵਿੱਚ ਰੱਖ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਮੈਨੂੰ ਉਵੇਂ ਹੀ ਆਪਣੇ ਚਰਨਾਂ ਵਿੱਚ ਜੋੜ ਕਰਕੇ ਰੱਖਣਾ ਕਰ। ਤੇਰਾ ਨਾਮ ਮੇਰੇ ਜੀਵਨ ਦਾ ਜਿਹੜਾ ਹੈ ਉਹ ਆਸਰਾ ਬਣ ਜਾਏ, ਇਹੀ ਮੇਰੀ ਅਰਦਾਸ ਹੈ। ਇਹੀ ਤੇਰੇ ਚਰਨਾਂ ਦੇ ਵਿੱਚ ਹੈ ਕਿ ਜਿਵੇਂ ਤੈਨੂੰ ਭਾਉਂਦਾ ਉਵੇਂ ਰੱਖ, ਕਿ ਮੇਰਾ ਜੀਵਨ ਹੈ ਜਿਹੜਾ, ਮੇਰੇ ਜੀਵਨ ਦਾ ਆਸਰਾ ਉਹ ਤੇਰਾ ਨਾਮ ਬਣ ਜਾਏ। ਕੱਲ੍ਹ ਇੱਕ ਸ਼ਬਦ ਆਇਆ ਸੀ ਅਸ਼ਟ ਧਾਤ। ਧਾਤ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦਾ ਹੈ। ਬਹੁਤੀ ਵਾਰ ਆਪਾਂ ਕਈ ਸ਼ਬਦ ਜਿਹੜੇ ਮੂਲਕ ਸ਼ਬਦ ਔਂਕੜ ਨਾਲ ਆਉਂਦੇ ਨੇ, ਜਾਂ ਉਹ ਇਸਤਰੀ ਲਿੰਗ ਹੁੰਦੇ ਨੇ ਜਾਂ ਹੁੰਦੇ ਨੇ, ਉਹ ਬਹੁਤੀ ਵਾਰ ਸੰਸਕ੍ਰਿਤ ਦੇ ਵਿੱਚੋਂ ਆਉਂਦੇ ਨੇ, ਤਾਂ ਕਰਕੇ ਉਹਨਾਂ ਦਾ ਔਂਕੜ ਹੈ ਜਿਹੜਾ ਉਹ ਮੂਲਕ ਹੁੰਦਾ ਹੈ। ਇਸ ਕਰਕੇ ਧਾਤ ਸ਼ਬਦ ਹੈ ਜਿਹੜਾ ਉਹ ਜਦੋਂ ਵੀ ਆਏਗਾ ਉਹ ਔਂਕੜ ਦੇ ਸਹਿਤ ਹੀ ਆਏਗਾ, ਭਾਵੇਂ ਉਹ ਇਸਤਰੀ ਲਿੰਗ ਵਿੱਚ ਵਰਤਿਆ ਜਾਏ ਜਾਂ ਉਹਨੂੰ ਜਿਹੜਾ ਬਹੁ ਵਚਨ ਦੇ ਵਿੱਚ ਵਰਤਿਆ ਜਾਏ, ਉਦੋਂ ਉਹ ਔਂਕੜ ਸਹਿਤ ਹੀ ਆਏਗਾ। ਜਿਵੇਂ ਮਲ ਸ਼ਬਦ ਆਉਂਦਾ ਹੈ, ਉਸੇ ਤਰ੍ਹਾਂ ਧਾਤ ਸ਼ਬਦ ਵੀ ਜਿਹੜਾ ਹੈ ਉਹ ਵੀ ਸੰਸਕ੍ਰਿਤ ਦਾ ਹੈ, ਅਤੇ ਔਂਕੜ ਉਹਦਾ ਮੂਲਕ ਹੈ। ਉਹ ਸੰਸਕ੍ਰਿਤ ਦੇ ਵਿੱਚੋਂ ਆਪਣਾ ਔਂਕੜ ਨਾਲ ਲੈ ਕੇ ਆਇਆ, ਇਸ ਕਰਕੇ ਉਹਦਾ ਆਪਣਾ ਇੱਕ ਅੰਗ ਹੈ। ਮਨ ਰੇ ਸਾਚੀ ਖਸਮ ਰਜ਼ਾਏ, ਇਸ ਸ਼ਬਦ ਦਾ ਉਚਾਰਨ ਰਜਾਈ ਨਹੀਂ ਹੈ, ਰਜ਼ਾਏ। ਜੱਜਾ ਜਿਹੜਾ ਹੈ ਉਹ ਬਿੰਦੀ ਵਾਲਾ ਵਰਤਿਆ ਜਾਏਗਾ। ਰਜ਼ਾ ਦੀ ਗੱਲ ਹੈ। ਰਜ਼ਾ ਸ਼ਬਦ ਹੈ ਜਿਹੜਾ ਉਹ ਫਾਰਸੀ ਦਾ ਹੈ, ਅਰਬੀ ਫਾਰਸੀ ਦੇ ਵਿੱਚੋਂ ਹੈ, ਇਸ ਕਰਕੇ ਉਹਨੂੰ ਰਜ਼ਾਏ ਜਿਹੜਾ ਹੈ ਉਹ ਉਚਾਰਨ ਕੀਤਾ ਜਾਏਗਾ। ਕਿ ਇਹ ਮੇਰੇ ਮਨ ਪ੍ਰਭੂ ਖਸਮ ਦੀ ਰਜ਼ਾ ਵਿੱਚ ਤੁਰਨਾ ਹੀ ਜਿਹੜੀ ਉਹ ਸਹੀ ਕਾਰ ਹੈ, ਚੰਗੀ ਕਾਰ ਹੈ। ਸਾਚੀ ਖਸਮ ਰਜ਼ਾਏ। ਜਿਨ ਤਨ ਮਨ ਸਾਜ ਸ਼ਿੰਗਾਰਿਆ, ਤਿਸ ਸੇਤੀ ਲਿਵ ਲਾਈ ਰਹਾਉ। ਪਾਤਸ਼ਾਹ ਜੀ ਆਖਣ ਲੱਗੇ, ਤਿਸ ਸੇਤੀ ਲਿਵ ਲਾਈ, ਕਿ ਹੀ ਮੇਰੇ ਮਨ
ਉਸ ਮਾਲਕ ਪਰਮੇਸ਼ਰ ਦੇ ਨਾਲ ਆਪਣੀ ਲਿਵ ਜੋੜ, ਲਿਵ ਲਾ ਸੁਰਤ ਜੋੜ, ਜਿਨ ਤਨ ਮਨ ਸਾਜ ਸ਼ਿੰਗਾਰਿਆ। ਜਿਸ ਨੇ ਇਹ ਤਨ ਅਤੇ ਮਨ, ਇਹ ਸਰੀਰ ਅਤੇ ਮਨ ਸਾਜ ਕੇ ਬਣਾ ਕੇ ਸ਼ਿੰਗਾਰਿਆ, ਸ਼ਿੰਗਾਰ ਦਿੱਤਾ ਭਾਵ ਸੋਹਣਾ ਬਣਾਇਆ ਹੈ, ਸਾਜ ਕੇ ਇਹਨੂੰ ਬੜਾ ਤਨ ਅਤੇ ਮਨ ਨੂੰ ਸੋਹਣਾ ਬਣਾਇਆ ਹੈ। ਉਸ ਮਾਲਕ ਦੇ ਨਾਲ ਆਪਣੀ ਲਿਵ ਸੁਰਤ ਜੋੜਨੀ ਕਰ। ਤਨ ਬੈ ਸੰਤਰ ਹੋਮੀਐ, ਇਕ ਰਤੀ ਤੋਲ ਕਟਾਏ। ਪਾਤਸ਼ਾਹ ਜੀ ਹੁਣ ਇੱਥੇ ਫਿਰ ਜਿਹੜੇ ਸਿਰਫ ਬਾਹਰੋਂ ਕਹਿ ਦਈਏ ਕਿ ਧਰਮ ਦੇ ਕਾਰਜ ਕਰਦੇ ਨੇ, ਜਾਂ ਬਾਹਰ ਤੋਂ ਧਰਮ ਦੇ ਅੰਦਰੋਂ ਜੁੜਨ ਦੇ ਨਾਲ ਬਾਹਰੋਂ ਧਰਮ ਦੀ ਕਾਰਜ ਕਰਦੇ ਨੇ, ਖੈਰ ਵੱਖਰਾ ਵੱਖਰਾ ਹੈ। ਪਾਤਸ਼ਾਹ ਜੀ ਆਖਦੇ ਨੇ ਕਈ ਮਨੁੱਖ ਸਿਰਫ ਬਾਹਰੋਂ ਜੁੜਨ ਦੀ ਕੋਸ਼ਿਸ਼ ਕਰਦੇ ਨੇ, ਪਰ ਜੇਕਰ ਅੰਦਰੋਂ ਗੁਰੂ ਦੇ ਸ਼ਬਦ ਰਾਹੀਂ ਜੁੜਿਆ ਜਾਏ ਤਾਂ ਬਹੁਤ ਛੇਤੀ ਅਤੇ ਬੜੀ ਜਲਦੀ ਜੁੜਿਆ ਜਾਂਦਾ ਹੈ, ਬੜਾ ਸੌਖਾ ਰਸਤਾ ਹੈ। ਪਰ ਜੇਕਰ ਪਾਤਸ਼ਾਹ ਜੀ ਆਖਣ ਲੱਗੇ ਤਨ ਬੈਸੰਤਰ ਹੋਮੀਐ, ਹੋਮੀਐ ਤੋਂ ਭਾਵ ਹੈ ਕਿ ਜਦੋਂ ਹਵਨ ਕੀਤਾ ਜਾਂਦਾ ਹੈ ਨਾ, ਉਹਦੇ ਵਿੱਚ ਜਿਹੜੀ ਸਮੱਗਰੀ ਹੈ ਉਹ ਬੜੀ ਹੌਲੀ ਹੌਲੀ ਕਰਕੇ ਪਾਈ ਜਾਂਦੀ। ਇੱਕ ਛੋਟਾ ਜਿਹਾ ਚਮਚਾ ਹੁੰਦਾ, ਉਹਦੇ ਨਾਲ ਇਸ ਤਰ੍ਹਾਂ ਕਰਕੇ ਪਾਈ ਜਾਂਦੀ ਹੈ। ਪਾਤਸ਼ਾਹ ਜੀ ਆਖਣ ਲੱਗੇ ਕਿ ਮੇਰਾ ਜਿਹੜਾ ਤਨ ਹੈ, ਬੈਸੰਤਰ ਤੋਂ ਭਾਵ ਅੱਗ। ਬੈਸੰਤਰ ਦਾ ਅਰਥ, ਬੈਸੰਤਰ ਅਤੇ ਵੈਸੰਤਰ ਇਹਨਾਂ ਦਾ ਅਰਥ ਹੈ ਜਿਹੜਾ ਉਹ ਅੱਗ ਹੈ। ਪਾਤਸ਼ਾਹ ਜੀ ਆਖਣ ਲੱਗੇ ਤਨ ਬੈਸੰਤਰ ਹੋਮੀਐ, ਇੱਕ ਰੱਤੀ ਤੋਲ ਕਟਾਏ। ਇੱਕ ਰੱਤੀ ਭਾਵ ਕਿ ਰੱਤੀ ਬੜਾ ਥੋੜਾ ਕੱਟ ਕੇ, ਤੋਲ ਕਟਾਏ ਕੱਟ ਕੇ ਤੋਲ ਕੇ, ਕਿ ਜੇ ਆਪਣੇ ਸਰੀਰ ਨੂੰ ਕੱਟ ਕੇ ਇੱਕ ਰੱਤੀ ਭਰ ਤੋਲ ਕੇ ਅੱਗ ਵਿੱਚ ਹਵਨ ਕਰ ਦਿੱਤਾ ਜਾਏ। ਕਿ ਮੈਂ ਆਪਣੇ ਸਰੀਰ ਦੇ, ਪਾਤਸ਼ਾਹ ਜੀ ਆਖਦੇ ਨੇ ਕਿ ਜੇ ਬਹੁਤ ਬਰੀਕ ਕੱਟ ਕੇ ਜਿਹੜਾ ਹੈ ਉਹਨੂੰ ਤੋਲ ਕੇ, ਕਿ ਚਮਚਾ ਜਿਹੜਾ ਹੁੰਦਾ ਕਿ ਉਹਦੇ ਨਾਲ ਅੱਗ ਦੇ ਵਿੱਚ ਜਿਵੇਂ ਹਵਨ ਦੇ ਵਿੱਚ ਸਮੱਗਰੀ ਪੈਂਦੀ ਬੜੀ ਥੋੜੀ, ਅਤੇ ਉਸੇ ਤਰ੍ਹਾਂ ਜੇ ਇਸ ਨੂੰ ਹਵਨ ਕਰ ਦਿੱਤਾ ਜਾਏ, ਉਹਦੇ ਵਿੱਚ ਪਾਇਆ ਜਾਵੇ, ਅਤੇ ਤਨ ਮਨ ਸਮਧਾ ਜੇ ਕਰੀ, ਅਨ ਦਿਨ ਅਗਨ ਜਲਾਏ। ਸਮਧਾ ਦਾ ਅਰਥ ਹੈ ਕਿ ਜਿਹੜੀ ਹਵਨ ਦੇ ਵਿੱਚ ਲੱਕੜੀ ਪਾਈ ਜਾਂਦੀ ਹੈ ਛੋਟੀ, ਕਿ ਉਹ ਲੱਕੜ ਜਿਹੜੀ ਵਿੱਚ ਪਾਈ ਜਾਂਦੀ ਹੈ ਹੌਲੀ ਕਰਕੇ, ਕਿ ਉਹ ਹਵਨ ਦੀ ਅੱਗ ਉਹ ਲੰਮੀ ਚੱਲ ਸਕੇ। ਕਰਦਿਆਂ ਪਾਤਸ਼ਾਹ ਜੀ ਆਖਣ ਲੱਗੇ ਤਨ ਮਨ ਸਮਧਾ ਜੇ ਕਰੀ, ਕਿ ਜੇਕਰ ਇਹ ਜਿਹੜਾ ਮੈਂ ਆਪਣੇ ਸਰੀਰ ਅਤੇ ਮਨ ਨੂੰ ਹਵਨ ਦੀ ਸਮੱਗਰੀ ਬਣਾ ਦਿਆਂ, ਅਤੇ ਹਰ ਰੋਜ਼ ਇਹਨਾਂ ਨੂੰ ਅੱਗ ਵਿੱਚ ਸਾੜਾਂ, ਕਿ ਇਹਦੇ ਵਿੱਚ ਅੱਗ ਵਿੱਚ ਪਾ ਦਿਆਂ ਆਪਣੇ ਸਰੀਰ ਨੂੰ, ਜਿਹੜੀ ਸਮੱਗਰੀ ਬਣਾ ਕਰਕੇ, ਅਨ ਦਿਨ ਅਗਨ ਜਲਾਈ। ਹਰ ਦਿਨ ਮੈਂ ਇਸ ਨੂੰ ਫਿਰ ਹਵਨ ਦੀ ਅੱਗ ਦੇ ਵਿੱਚ ਜਿਵੇਂ ਲੱਕੜੀ ਅਤੇ ਸਮੱਗਰੀ ਸੜਦੀ ਹੈ, ਉਵੇਂ ਮੈਂ ਵੀ ਇਹਨੂੰ ਅੱਗ ਦੇ ਵਿੱਚ ਸਾੜਾਂ। ਹਰ ਨਾਮੈ ਤੁਲ ਨਾ ਪੁਜਈ, ਜੇ ਲੱਖ ਕੋਟੀ ਕਰਮ ਕਮਾਏ। ਲੱਖ ਕੋਟੀ ਤੋਂ ਭਾਵ ਕਰੋੜਾਂ ਕਰਮ, ਕਿ ਜੇ ਅਜਿਹੇ ਮੈਂ ਕਰਮ ਕਰਾਂ। ਹਰ ਨਾਮੈ ਤੁਲ ਨਾ ਪੁੱਜੇ, ਤੁਲ ਤੋਂ ਭਾਵ ਬਰਾਬਰ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਜੇ ਇਹੋ ਜਿਹੇ ਹੋਰ ਲੱਖਾਂ ਕਰੋੜਾਂ ਕਰਮ ਕੀਤੇ ਜਾਣ, ਜਿਹੋ ਜਿਹੇ ਕਿ ਤਨ ਨੂੰ ਸਾੜਨ ਵਾਲੇ, ਅਤੇ ਤਾਂ ਵੀ ਕੋਈ ਕਰਮ ਪ੍ਰਮਾਤਮਾ ਦੀ ਨਾਮ ਦੀ ਬਰਾਬਰੀ ਤੱਕ ਨਹੀਂ ਪਹੁੰਚ ਸਕਦਾ। ਕਿ ਮਤਾਂ ਕਿਤੇ ਕੋਈ ਸਮਝ ਲਏ ਕਿ ਆਪਣੇ ਸਰੀਰ ਨੂੰ ਤੰਗ ਕਰਨ ਦੇ ਨਾਲ, ਦੁੱਖ ਦੇਣ ਦੇ ਨਾਲ ਮਾਲਕ ਤੱਕ ਪਹੁੰਚ ਹੋ ਸਕਦੀ, ਅਤੇ ਪਾਤਸ਼ਾਹ ਜੀ ਆਖਣ ਲੱਗੇ ਇਹਦੇ ਨਾਲ ਨਹੀਂ ਪਹੁੰਚ ਹੋ ਸਕਦੀ ਕਦੇ ਵੀ, ਇਹ ਬਰਾਬਰ ਹੀ ਨਹੀਂ ਕਰ ਸਕਦਾ। ਇੱਥੋਂ ਤੱਕ ਹੀ ਦੱਸ ਦਿੱਤਾ ਕਿ ਰੱਤੀ ਕਰ ਲਓ ਭਾਵੇਂ ਇਸ ਸਰੀਰ ਦੀ,
ਅੱਗ ਦੇ ਵਿੱਚ ਵੀ ਸਾੜ ਦਿੱਤਾ ਜਾਏ ਤਾਂ ਵੀ ਉਸ ਮਾਲਕ ਦੇ ਨਾਮ ਦੀ ਬਰਾਬਰੀ ਨਹੀਂ ਹੋ ਸਕਦੀ। ਅਰਧ ਸਰੀਰ ਕਟਾਈਐ ਸਿਰ ਕਰਵਤ ਧਰਾਏ। ਪਾਤਸ਼ਾਹ ਜੀ ਆਖਣ ਲੱਗੇ ਅਰਧ ਤੋਂ ਭਾਵ ਅੱਧ ਚੋਂ, ਅੱਧ ਵਿੱਚੋਂ, ਕਿ ਜੇਕਰ ਪਾਤਸ਼ਾਹ ਜੀ ਆਖਣ ਲੱਗੇ ਸਿਰ ਉੱਤੇ ਆਰਾ ਰਖਾ ਕੇ, ਸਿਰ ਕਰਵਤ ਧਰਾਏ, ਕਰਵਤ ਤੋਂ ਭਾਵ ਆਰਾ, ਕਿ ਜੇਕਰ ਸਿਰ ਉੱਤੇ ਆਰਾ ਰੱਖ ਕਰਕੇ ਰਖਾ ਕੇ ਸਰੀਰ ਨੂੰ ਅਰਧ ਸਰੀਰ, ਕਿ ਸਰੀਰ ਨੂੰ ਵਿੱਚੋਂ ਦੁਫਾੜ ਕਰ ਦਿੱਤਾ ਜਾਏ, ਚੀਰ ਦਿੱਤਾ ਜਾਏ, ਦੋ ਹਿੱਸੇ ਕਰ ਦਿੱਤੇ ਜਾਣ। ਅਤੇ ਹੋਰ ਕੀ ਆਂਦੇ ਹਨ, ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ। ਹਿਮਾਚਲ ਤੋਂ ਭਾਵ ਕਿ ਹਿਮਾਚਲ ਦੀ ਜਿਹੜੀ ਹੈ ਹਿਮਾਲੇ ਦੀ ਬਰਫ਼ ਦੇ ਵਿੱਚ, ਕਿ ਜੇਕਰ ਆਪਣੇ ਸਰੀਰ ਨੂੰ, ਆਪਣੇ ਤਨ ਨੂੰ ਹਿਮਾਲਾ ਪਰਬਤ ਦੀ ਬਰਫ਼ ਵਿੱਚ ਗਾਲ ਦਿੱਤਾ ਜਾਏ, ਗਾਲੀ ਹੈ ਕਿ ਜੇਕਰ ਗਾਲ ਦਿੱਤਾ ਜਾਏ ਤਾਂ ਵੀ ਮਨ ਵਿੱਚੋਂ ਹਉਮੈ ਆਦਿਕ ਰੋਗ ਜਿਹੜਾ ਉਹ ਦੂਰ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਹੈ ਕਿ ਆਪਣੇ ਤਨ ਨੂੰ ਲੰਮੇ ਸਮੇਂ ਵਾਸਤੇ ਜਿਹੜਾ ਹੈ ਉਹ ਹਿਮਾਲਾ ਦੀ ਬਰਫ਼ ਦੇ ਵਿੱਚ ਰੱਖਿਆ ਜਾਏ ਤਾਂ ਵੀ ਜਿਹੜੀ ਹੈ ਵਿੱਚੋਂ ਵਿਕਾਰ ਨੇ, ਹਉਮੈ ਰੋਗ ਹੈ, ਉਹ ਦੂਰ ਨਹੀਂ ਹੋ ਸਕਦਾ ਹੈ। ਹਰ ਨਾਮੈ ਤੁਲ ਨਾ ਪੁਜੋਈ ਸਭ ਡਿੱਠੀ ਠੋਕ ਵਜਾਏ। ਇਸ ਸ਼ਬਦ ਦੇ ਆਪਾਂ ਕੱਲ ਅਰਥ ਕੀਤੇ ਸੀ, ਸਭ ਡਿੱਠੀ ਠੋਕ ਵਜਾਏ। ਹਾਂਜੀ, ਚੰਗੀ ਤਰ੍ਹਾਂ ਪਰਖ ਕਰਕੇ, ਚੰਗੀ ਤਰ੍ਹਾਂ ਠੋਕ ਵਜਾ ਕੇ। ਆਪਾਂ ਕਈ ਵਾਰ ਸ਼ਬਦਾਂ ਵਰਤਿਆ ਜਾਂਦਾ ਹੈ ਨਾ, ਜਦੋਂ ਸਾਨੂੰ ਬੜਾ ਮਾਣ ਹੋਏ ਤੇ ਕਹਿੰਦੇ ਕਿ ਅਸੀਂ ਪੂਰਾ ਠੋਕ ਵਜਾ ਕੇ ਕੰਮ ਕਰਾਂਗੇ, ਭਾਵ ਬਹੁਤ ਚੰਗੀ ਤਰ੍ਹਾਂ ਪਰਖ ਕੇ ਜਿਹੜਾ ਹੈ, ਭਾਵ ਪੂਰਨ ਤੌਰ 'ਤੇ। ਸਤਿਗੁਰੂ ਜੀ ਆਖਣ ਲੱਗੇ ਕਿ ਕਰਮ ਕਾਂਡ ਦੀ ਸਾਰੀ ਹੀ ਮਰਿਆਦਾ ਜਿਹੜੀ ਹੈ ਜੋ ਪਾਤਸ਼ਾਹ ਜੀ ਉੱਤੇ ਦੱਸ ਰਹੇ ਹਨ, ਕਿ ਮੈਂ ਚੰਗੀ ਤਰ੍ਹਾਂ ਸਾਰੀ ਪਰਖ ਕੇ ਵੇਖ ਲਈ ਹੈ, ਠੋਕ ਵਜਾ ਕੇ ਵੇਖ ਲਈ, ਇਹਦਾ ਤੱਤ ਸਾਰ ਕੱਢ ਕੇ ਜਿਹੜਾ ਉਹ ਵੇਖ ਲਿਆ ਹੈ। ਕੋਈ ਕਰਮ ਮਾਲਕ ਦੇ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਪਹੁੰਚ ਸਕਦਾ, ਕੋਈ ਵੀ ਉੱਥੋਂ ਤੱਕ ਹੈ ਜਿਹੜਾ ਉਹ ਨਹੀਂ ਪਹੁੰਚ ਸਕਦਾ ਹੈ। ਕੰਚਨ ਕੇ ਕੋਟ ਦਤ ਕਰੀ ਬਹੁ ਹੈਵਰ ਗੈਵਰ ਦਾਨ। ਹੈਵਰ ਤੋਂ ਭਾਵ ਵਧੀਆ ਘੋੜੇ, ਹੈਵਰ, ਅਤੇ ਗੈਵਰ ਤੋਂ ਭਾਵ ਗਜਵਰ। ਸੰਸਕ੍ਰਿਤ ਦੇ ਵਿੱਚ ਗਜ ਦਾ ਅਰਥ ਕੀ ਹੁੰਦਾ ਜੀ? ਹਾਥੀ। ਅਤੇ ਵਧੀਆ ਹਾਥੀ। ਕੰਚਨ ਦਾ ਅਰਥ ਕੀ ਹੈ ਜੀ? ਸੋਨਾ। ਤੇ ਕੰਚਨ ਕੇ ਕੋਟ ਆਪਾਂ ਪਹਿਲਾ ਅਰਥ ਸਾਂਝੇ ਕਰ ਚੁੱਕੇ ਹਾਂ, ਭਾਵੇਂ ਕਿ ਸ਼ਬਦ ਪਹਿਲੀ ਵਾਰ ਆ ਰਿਹਾ ਹੈ ਆਪਣੇ ਵਿਚਾਰ ਦੇ ਵਿੱਚ। ਹਾਂਜੀ, ਕਿਲੇ। ਅਤੇ ਕੰਚਨ ਕੇ ਕੋਟ ਭਾਵ ਸੋਨੇ ਦੇ ਕਿਲੇ, ਕਿ ਜੇਕਰ ਪਾਤਸ਼ਾਹ ਜੀ ਆਖਣਗੇ ਦੱਤ ਕਰੀ ਤੋਂ ਭਾਵ ਮੈਂ ਦਾਨ ਕਰਾਂ, ਦਾਨ ਕਰਨਾ। ਇਹ ਸ਼ਬਦ ਆਪਾਂ ਜਿਹੜਾ ਹੈ ਉਹ ਜਪਜੀ ਸਾਹਿਬ ਦੇ ਅੰਦਰ ਦੱਤ, ਉਹ ਤੀਰਥ ਤਪ ਦਇਆ ਦੱਤ ਦਾਨ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਕੰਚਨ ਕੇ ਕੋਟ, ਕਿ ਜੇ ਮੈਂ ਸੋਨੇ ਦੇ ਕਿਲੇ ਦਾਨ ਕਰਾਂ, ਬਹੁਤ ਸਾਰੇ ਵਧੀਆ ਘੋੜੇ ਅਤੇ ਵਧੀਆ ਹਾਥੀ ਦਾਨ ਵੀ ਕਰਾਂ, ਅਤੇ ਹੋਰ ਕੀ ਆਖਦੇ ਹਨ, ਭੂਮ ਦਾਨ ਗਊਆਂ ਘਣੀ ਪੀ ਅੰਤਰ ਗਰਭ ਗੁਮਾਨ। ਅਤੇ ਹੋਰ ਜ਼ਮੀਨ ਦਾਨ ਕਰਾਂ ਮੈਂ, ਭੂਮ ਤੋਂ ਭਾਵ ਜ਼ਮੀਨ, ਭੂਮੀ, ਕਿ ਜੇਕਰ ਮੈਂ ਜ਼ਮੀਨ ਦਾਨ ਕਰਾਂ, ਅਤੇ ਗਊਆਂ ਘਣੀ, ਘਣੀ ਤੋਂ ਅਰਥ ਜ਼ਿਆਦਾ, ਬਹੁਤ,
कि बहुत सारियां मैं गावां भी दान करां, फिर भी पातशाह जी आखण लगे सगों इस दान दा ही मन विच हंकार ते माण बन जाता है जदों मालक दा नाम हिरदे विच मन विच ना होवे। उदों सगों मनुख हंकारी हो जाता कि मैं इन्ना दान किया, आ कुछ किया। राम नाम मन विद्या गुर दिया सच दान, विद्या तो भाव विन्या। सतगुरु जी आखण लगे कि जिस मनुख नूं सतगुरु ने सच्चे प्रभु का नाम जपन की बख्शिश की है, कि नाम बख्श दिता है, उस दा मन परमात्मा के नाम विच फिर विद्या जाता है, परोया जाता है, विन्या जाता है। तो यही जिहड़ी सही करनी है, यही है सब तो उत्तम कारज, उत्तम ढंग ਅਤੇ सौखा तरीका उस मालक के नाम के नाल जुड़न दा, उस दे नाम विच एकमिक होण दा। बाकी होर जिन्ने दसे ने पातशाह जी ने उत्ते आखण लगे इन्हां दे अनुसार होर लखां कारज कर लए जाण, वो मालक के नाम की बराबरी नहीं कर सकते जेकर सतगुरु की बख्शिश ना होवे। मन हठ बुद्धि कीतियां केते वेद विचार, कि अनेकां ही लोकां दी अकल तप आदਿਕ कर्मां वल जिहड़ी वो प्रेरदी है। कि बहुते दुनिया दे लोग आ जिहड़े वो यही सोचते हैं कि कोई तप साधिया जाए, कोई कारज जिहड़ा वो कीता जाए जिहदे नाल साडे कारज रास हो जाण। बहुती वार हुंदा है ना कि समाज दे विच जिवें आपां देखदे हां किते टूणा कीता होया, किते कुछ कीता होया, की ने ये सारे बाहरी ने। सोचदा है मनुख कि इस तरह करन दे नाल ये जिहड़ा ये कुछ हो जाएगा। इसे करके कि तप आदिक कर्मां वल फिर ये जिहड़ी है वो मत अकल प्रेरदी है, मन हठ ਅਤੇ मन दे हठ नाल कीते जांदे ने। फिर ये जिहड़े कर्म ने वो मन दे हठ नाल कीते जांदे, क्योंकि समाज दे विच बहुत सारे चलाक लोग भी होंदे है, बहुत सारिਆਂ ने अपना डर भी बिठाया हुंदा है कि फलाना बाबा जी वो तो इदां कर दिंदा एक वारी ते बस सारे कारज रास हो जाते। पर उन्हें जो किया वो करना पैंदा है। किते कोई आख दिंदा कि सिविਆਂ ਦੇ ਵਿੱਚ ਇੰਨੇ ਦਿਨ ਜਾਣਾ, ਉੱਥੇ ਆਹ ਚੀਜ਼ਾਂ ਰੱਖ ਕੇ ਆਉਣੀਆਂ। कोई आख दिंदा है कि फलाने चौंक दे विच नहा के आ बीबी तैनूं फिर जिहड़ा फल प्राप्त होऊगा। कोई कहता कि जाके जंड थल्ले मुर्गी छड्ड के आओ फिर जिहड़ा है कारज रास होणगे। हुंदा है ना सारा कुछ। कोई आखदा है कि नारियल जिहड़ा वो नहर दे विच पानी दे विच रोड़ दिता जाए। की ने सारे कारज ये मन हठ ने। फिर जदों कोई मनुख कच्चा इन्हां दे धक्के चढ़ जांदा है, वो फिर सौखियां जिहा निकल नहीं दिंदे आपदे जाल चों, तगड़ा जाल बुणदे है। फिर आख देंदे है कि असीं उपाय तां कर दिंने पर ये पूरा करना पैना, क्योंकि ये मेरी खुद की हड्ड बीती है, मेरे परिवार की हड्ड बीती। पर अज मालक की रहमत है, सिर्फ गुरु साहब के कोल ही तो गुरु साहब ने सब कुछ बख्शिया। वो फिर इहो जिहा जाल बुणदे कि बस मनुख निकल नहीं सकता कि पानी का छट्टा भी घर दे विच देना, होर भी कच्ची लस्सी, कई कारज ने। भावें कि मालवे दे विच ये थोड़ी चीज़ ज़्यादा है कि पिंड पिंड दे विच इहो ਜਿਹੇ ਜਿਹੜੇ ਉਹ ਬੰਦੇ बैठे होए। खैर एक वखरा विषय है। फिर की हुंदा है कि जाल बुन लेंदे कि जां ते तुसीं इन्नी क सेवा इत्थे दे दिओ, असीं करन जाना ही आ उपा, असीं इकट्ठा करावांगे, ते जे तुसीं आप कर सकदे हो ते इन्ने क वजे सिविਆਂ ਦੇ ਵਿੱਚ जाना है ते उत्थे जाके तुसीं कारज करके आउणा। ਜਾਂ ਤੁਸੀਂ ਇਹ ਸਾਰੀ ਸਮੱਗਰੀ ਲੈਣੀ ਆ ਇੰਨੀ ਇੰਨੀ ਕਰਕੇ ਉਹਨੂੰ ਇਕੱਠੀ ਕਰਕੇ ਉਹ ਕਿਤੇ ਰੋੜ ਦੇਣਾ, ਨੱਪ ਦੇਣਾ ਜਾਂ ਕਿਤੇ ਰੱਖ ਆਉਣਾ। ਹੁਣ ਬੰਦੇ ਨੂੰ ਸਮਾਜ ਦੇ ਵਿੱਚ ਇੱਜ਼ਤ ਦਾ ਵੀ ਖਤਰਾ ਹੁੰਦਾ ਹੈ ਕਿ ਜੇ ਮੈਨੂੰ ਕਿਸੇ ਨੇ ਵੇਖ ਲਿਆ ਤੇ ਨਾ ਲੱਗ ਜਾਣਾ ਕਿ ਬੰਦਾ ਤੇ ਸਿਵਿਆਂ ਦੇ ਵਿੱਚ ਤੁਰਿਆ ਫਿਰਦਾ ਸੀ ਜਾਂ ਇਹਨੇ ਆਹ ਟੂਣਾ ਕਰਕੇ ਗਿਆ। ਫਿਰ ਕੀ ਹੁੰਦਾ ਹੈ ਕਿ ਠੀਕ ਹੈ ਜੀ ਬਾਬਾ ਜੀ ਜਿਵੇਂ ਤੁਸੀਂ ਆਪ ਹੀ ਕਰਦੇ ਹੋ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ। ਹੁੰਦਾ ਇਸ ਤਰ੍ਹਾਂ ਕਿਉਂਕਿ ਇਹ ਹੋਇਆ। इस करके वो फिर एक थोड़ा होंदी लाइन लगी होंदी, दरबार पूरा सजिया होंदा, बाबियां दा धूना लगा होंदा, फिर सारे इसे लाइन दे विच आउंदे। अगलियां दी दुकान चलदी है,
ਅਸੀਂ ਆਪਣੀ ਜੋ ਪੂੰਜੀ ਹੁੰਦੀ ਸਾਰੀ ਲੁਟਾਉਣੀ ਅਤੇ ਵਹਿਮ ਡਰ ਹੋਰ ਪਾ ਦਿੱਤਾ ਜਾਂਦਾ ਕਿ ਜਾਂ ਤਾਂ ਤੇਰੇ ਗਵਾਂਢੀ ਕਰਦੇ ਆ ਜਾਂ ਤੇਰੀ ਦਰਾਣੀ ਜਠਾਣੀ ਕਰਦੀ ਹੈ। ਲੜਾਈ ਦਾ ਕਾਰਨ ਹੋਰ ਬਣਦਾ। ਖੈਰ, ਸਤਿਗੁਰੂ ਪਾਤਸ਼ਾਹ ਜੀ ਇਸੇ ਕਰਕੇ ਆਖਦੇ ਕਿ ਇਹ ਚੀਜ਼ ਫਿਰ ਕਿੱਥੇ ਪਾ ਦਿੰਦੇ ਹੋ? ਸਾਡੇ ਮਨ ਦੇ ਦਿਮਾਗ ਦੇ ਵਿੱਚ ਪਾ ਦਿੰਦੇ ਹੈ। ਕੋਈ ਗੱਲ ਅਜਿਹੀ ਕਰਦੇ ਜਿਹੜੀ ਸਾਡੇ ਨਾਲ ਮਿਲ ਜਾਂਦੀ ਕਿ ਫਲਾਣਾ ਕੰਮ ਹੋਇਆ ਸੀ, ਬਸ ਉਹ ਇਸੇ ਕਰਕੇ ਹੋਇਆ ਸੀ, ਤੇਰੀ ਗਵਾਂਢਣ ਨੇ ਕੀਤਾ ਜਾਂ ਤੇਰੀ ਦਰਾਣੀ ਜਠਾਣੀ ਨੇ, ਕਿਸੇ ਨੇ ਕੀਤਾ। ਬਸ ਗਵਾਂਢੀ ਕੌਣ ਹੁੰਦਾ? ਸਭ ਤੋਂ ਪਹਿਲਾਂ ਦਰਾਣੀਆਂ ਜਠਾਣੀਆਂ ਗਵਾਂਢੀ ਹੁੰਦੀਆਂ, ਬਾਅਦ ਦੇ ਵਿੱਚ ਹੀ ਕਿਸੇ ਦੂਜੇ ਤੀਜੇ ਦੀ ਵਾਰੀ ਆਉਂਦੀ ਹੈ। ਕਿ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਫਿਰ ਇਹ ਜਦੋਂ ਗੱਲ ਮਨ ਦੇ ਵਿੱਚ ਉਹਨਾਂ ਦੁਆਰਾ ਪਾ ਦਿੱਤੀ ਜਾਂਦੀ ਨਾ ਤਪ ਆਦਿ ਕਰਨ ਵਾਲਿਆਂ 'ਚੋਂ, ਫਿਰ ਅਸੀਂ ਪੂਰੇ ਹੱਠ ਦੇ ਨਾਲ ਇਸ ਚੀਜ਼ ਦੀ ਪਾਲਣਾ ਕਰਦੇ ਹਾਂ ਕਿ ਸ਼ਾਮ ਨੂੰ ਇੰਨੇ ਵਜੇ ਤੋਂ ਪਹਿਲਾਂ ਜਲ ਦਾ ਛਿੱਟਾ ਦੇ ਦੇਣਾ ਘਰ ਦੇ ਵਿੱਚ, ਸ਼ਾਮ ਨੂੰ ਇੰਨ ਤੋਂ ਪਹਿਲਾਂ ਧੂਫ ਦਿਖਾ ਦੇਣੀ ਹੈ। ਔਰ ਹੋਰ ਵੀ ਜਿਹੜੇ ਕਾਰਜ ਕਰਨੇ 5 ਮੰਗਲਵਾਰ ਆਉਣਾ ਹੀ ਆਉਣਾ, ਜੋ ਮਰਜ਼ੀ ਹੋ ਜਾਏ, ਲੱਖ ਭਾਵੇਂ ਮਜਬੂਰੀ ਹੋਵੇ, ਪਹੁੰਚਣਾ ਹੀ ਪਹੁੰਚਣਾ। ਜਿਹੜਾ ਦਿਨ ਮਿੱਥਿਆ ਕੀ ਹੋ ਜਾਂਦਾ ਹੈ? ਮਨ ਦਾ ਹੱਠ ਹੋ ਜਾਂਦਾ ਹੈ ਕਿ ਜਾਣਾ ਹੀ ਜਾਣਾ, ਨਹੀਂ ਤੇ ਨੁਕਸਾਨ ਹੋ ਜਾਊਗਾ। ਸਾਡੇ ਮਨ ਦੇ ਵਿੱਚ ਗੱਲ ਬਹਿ ਗਈ ਨਾ। ਇਹੀ ਪਾਤਸ਼ਾਹ ਜੀ ਆਖਦੇ ਨੇ ਇੱਥੇ ਕਿ ਫਿਰ ਇਹ ਜਿਹੜੇ ਮਨ ਦੇ ਹੱਠ ਨਾਲ, ਇਸ ਤੋਂ ਬਿਨਾਂ ਹੋਰ ਕਈ ਕਾਰਜ ਬੜੇ ਇਸ ਕਰਕੇ ਲਿਆ ਹੈ ਕਿਉਂਕਿ ਇਹਦਾ ਜ਼ੋਰ ਬਹੁਤ ਜ਼ਿਆਦਾ ਹੈ ਕਿ ਇਸ ਤਰ੍ਹਾਂ ਫਿਰ ਜਦੋਂ ਮਨ ਦੇ ਹੱਠ ਨਾਲ ਜਿਹੜੇ ਇਹ ਕਾਰਜ ਕੀਤੇ ਜਾਂਦੇ ਨੇ, ਗੁਰੂ ਦੇ ਸ਼ਬਦ ਦਾ ਓਟ ਆਸਰਾ ਨਹੀਂ ਲਿਆ ਜਾਂਦਾ, ਤਾਂ ਫਿਰ ਇਹਨਾਂ ਦੇ ਨਾਲ ਜਿਹੜੀ ਹੈ ਮੱਤ ਉਹ ਪੁੱਠੇ ਪਾਸੇ ਜਾਂਦੀ ਹੈ, ਉਲਟ ਪਾਸੇ ਜਿਹੜੀ ਹੈ ਉਹ ਦੌੜਦੀ ਹੈ। ਕੀਤੇ ਵੇਦ ਵਿਚਾਰ ਅਤੇ ਅਨੇਕਾਂ ਹੀ ਲੋਕ ਵੇਦ ਆਦਿਕ ਧਰਮ ਪੁਸਤਕਾਂ ਦੇ ਅਰਥ ਵਿਚਾਰ ਜਿਹੜੇ ਹਨ ਕਰਦੇ ਹਨ ਅਤੇ ਇਸ ਵਾਦ ਵਿਵਾਦ ਨੂੰ ਹੀ ਜੀਵਨ ਦਾ ਸਹੀ ਰਾਹ ਮੰਨਦੇ ਨੇ। ਹੁਣ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਨਾ ਕਿ ਹੁਣ ਸਾਡੇ ਅੰਦਰ ਇੱਕ ਕਿਤਾਬ ਹੈ ਜਿਹੜੀ ਉਹ ਅਜੇ ਤੱਕ ਪਬਲਿਸ਼ ਹੋਈ ਹੈ, ਪੁਰਾਣੇ ਸਮੇਂ ਤੋਂ, ਦੁੱਖ ਭੰਜਨੀ ਹੈ, ਸੰਕਟ ਮੋਚਨ ਸ਼ਬਦ ਹੈ, ਜਾਂ ਹੋਰ ਦੁੱਖ ਦੂਰ ਕਰਨ ਵਾਲੇ ਸ਼ਬਦ ਹੈ। ਹੁਣ ਹੈ ਨਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਾਈਜ਼ ਵੱਡਾ ਹੋ ਜਾਣਾ ਹੈ। ਉਹ ਕਈਆਂ ਵੱਲੋਂ ਥੱਲੇ ਮਰਿਆਦਾ ਵੀ ਲਿਖੀ ਹੋਈ ਕਿ ਕਿਹੜੇ ਸ਼ਬਦ ਦਾ ਕਿੰਨੇ ਦਿਨ ਪਾਠ ਕਰਨਾ। ਆਪਾਂ ਇਹ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਪਰ ਇਹ ਕੀ ਹੈ? ਮੂਰਖਤਾ ਹੈ ਕਿ ਕੁਛ ਸ਼ਬਦ ਨੇ ਜਿਹੜੇ ਉਹ ਦੁੱਖ ਦੂਰ ਕਰਦੇ ਨੇ ਤੇ ਬਾਕੀ ਐਵੇਂ ਹੀ ਬਾਣੀ। ਖੈਰ, ਇਹ ਸਾਜ਼ਿਸ਼ ਦੇ ਤਹਿਤ ਸਾਡੇ ਵਿੱਚ ਜਿਹੜੀ ਚੀਜ਼ ਉਹ ਪਾਈ ਜਾ ਰਹੀ ਹੈ। ਪਰ ਖੈਰ, ਇਹੀ ਕਿ ਹੁਣ ਜਦੋਂ ਇਹ ਕਿਸੇ ਦਿਨ ਨੂੰ ਇਹ ਪੁਸਤਕ ਵੱਡੀ ਹੋ ਜਾਣੀ ਹੈ, ਇਹਦੇ ਵਿੱਚ ਹੋਰ ਸ਼ਬਦ ਐਡ ਜਾਣੇ, ਹੋਰ ਮਰਿਆਦਾ ਐਡ ਹੋ ਜਾਣੀ ਹੈ, ਅਤੇ ਕੀ ਹੋ ਜਾਏਗਾ ਫਿਰ? ਇਸੇ ਚੀਜ਼ ਨੂੰ ਕਈ ਜਣੇ ਵਿਚਾਰ ਕੇ ਫਿਰ ਆਖਣਗੇ ਕਿ ਇਹੀ ਸਹੀ ਰਸਤਾ ਹੈ, ਬਾਕੀ ਜਿਹੜੇ ਰਸਤੇ ਨੇ ਉਹ ਗਲਤ ਹਨ। ਇਸੇ ਕਰਕੇ ਸਤਿਗੁਰੂ ਜੀ ਇੱਥੇ ਉਹ ਪਹਿਲਾਂ ਹੀ ਸੱਚਾਈ ਨੂੰ ਜਿਹੜਾ ਹੈ ਉਹ ਦੱਸਣਾ ਕਰ ਰਹੇ ਹਨ। ਕੀਤੇ ਬੰਧਨ ਜੀ ਕੇ ਗੁਰਮੁਖ ਮੋਖ ਦੁਆਰ, ਵੇਖੋ ਪਾਤਸ਼ਾਹ ਜੀ ਦੱਸ ਰਹੇ ਕਿ ਇਹੋ ਜਿਹੇ ਹੋਰ ਅਨੇਕਾਂ ਹੀ ਕਰਮ ਨੇ, ਅਨੇਕਾਂ ਹੀ ਹੋਰ ਬੰਧਨ ਨੇ ਜੋ ਜਿੰਦ ਵਾਸਤੇ ਫਿਰ ਫਾਹੀ ਰੂਪ ਜਿਹੜੇ ਉਹ ਬਣ ਜਾਂਦੇ ਆ। ਫਾਹ ਪੈ ਜਾਂਦਾ ਗਲ ਦੇ ਵਿੱਚ ਕਿ ਨਾ ਕੀਤਾ ਤਾਂ ਵੀ ਫਸੇ, ਜੇ ਕਰ ਲਿਆ ਤੇ ਤਾਂ ਵੀ, ਕਿ ਦੋਵੇਂ ਪਾਸੇ, ਕਿ ਇੱਕ ਪਾਸੇ ਖਾਈ ਹੈ, ਦੂਜੇ ਪਾਸੇ ਪਹਾੜ ਹੈ। ਜੇ ਪਹਾੜ 'ਤੇ ਚੜ੍ਹ, ਪਹਾੜ ਵੀ ਉੱਚਾ, ਉਹ ਵੀ ਨਹੀਂ ਚੜ੍ਹਿਆ ਜਾਂਦਾ, ਥੱਲੇ ਡਿੱਗਦਾ ਤਾਂ ਵੀ ਮਰਦਾ, ਹੇਠਾਂ ਵੀ ਮਰਦਾ, ਕਿ ਵਿਚਾਲੇ ਫਿਰ ਮਨੁੱਖ ਜਿਹੜਾ ਉਹ ਫਸ ਜਾਂਦਾ ਹੈ। ਪਰ ਹਉਮੈ ਆਦਿਕ ਦੇ ਬੰਧਨਾਂ ਤੋਂ ਖਲਾਸੀ ਦਾ ਦਰਵਾਜ਼ਾ ਗੁਰੂ ਦੇ ਸਨਮੁਖ ਹੋਇਆਂ ਹੀ ਜਿਹੜਾ ਉਹ ਮਿਲਦਾ ਹੈ। ਗੁਰਮੁਖ ਮੋਖ ਦੁਆਰ, ਕਿ ਜਿਹੜੇ ਇਹ ਕਰਮ ਨੇ, ਇਹ ਵਹਿਮ ਭਰਮ ਨੇ, ਇਹ ਸਾਰੇ ਪਖੰਡ ਆਦਿ ਨੇ, ਕਿੱਥੋਂ ਇਹਨਾਂ ਤੋਂ ਖਲਾਸੀ ਹੁੰਦੀ ਹੈ? ਵਿਕਾਰਾਂ ਤੋਂ ਖਲਾਸੀ ਕਿੱਥੋਂ ਹੁੰਦੀ ਹੈ? ਗੁਰਮੁਖ, ਭਾਵ ਗੁਰੂ ਦੇ ਵੱਲ ਮੁੱਖ ਕੀਤਿਆਂ, ਗੁਰੂ ਦੀ ਬਾਣੀ ਦੇ ਨਾਲ ਜੁੜਿਆਂ, ਗੁਰੂ ਦੇ ਚਰਨਾਂ ਦੇ ਨਾਲ ਜੁੜਿਆਂ, ਗੁਰੂ ਦੇ ਸ਼ਬਦ ਨੂੰ ਮੰਨਿਆਂ ਹੀ ਇਹਨਾਂ ਚੀਜ਼ਾਂ ਤੋਂ ਖਲਾਸੀ ਹੋ ਸਕਦੀ ਹੈ ਅਤੇ ਹੁੰਦੀ ਹੈ। ਇਸ ਦਾ ਪ੍ਰਤੱਖ ਪ੍ਰਮਾਣ ਮੇਰਾ ਖੁਦ ਦਾ ਪਰਿਵਾਰ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚੋਂ ਸਿਰਫ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਬਾਹਰ ਕੱਢਿਆ, ਉਹੀ ਨੇ। ਅਤੇ ਹੁਣ ਆਨੰਦ ਵੀ ਹੈ, ਸੁੱਖ ਵੀ ਹੈ, ਸਭ ਕੁਝ ਠੀਕ ਠਾਕ ਹੈ। ਖੈਰ, ਪਾਤਸ਼ਾਹ ਜੀ ਰਹਿਮਤ ਕਰਨ। ਸੱਚੋਂ ਉਰੈ ਸਭ ਕੋ ਉਪਰ ਸੱਚ ਆਚਾਰ, ਸੱਚੋਂ ਉਰੈ ਭਾਵ ਉਰੇ, ਕਿ ਸੱਚ ਤੋਂ ਸਾਰਾ ਕੁਝ ਇਹ ਉਰਾ ਹੀ ਹੈ।
कि सच दे नेड़े नहीं ये चीज़ है कि इस चीज़ दे करके शायद असी सच नाल जुड़ीए, ऐसा नहीं है। भाव सच्चों उरै घटिया, उरै उरे उरे नेड़े नहीं है मालिक दे करन वाली, इन्हां चों कोई भी पखंड ये चीज़ ये उरा है, घटिया है। अते सच्चों उरै सब को कि हरेक कर्म जिहड़ा सदा थिर प्रभु दा नाम सिमरन तो जिहड़ा है वो घटिया है। कि जे गुरु दे सन्मुख हो करके मालिक दा नाम ना ध्याया जाए, ना उहदा सिमरन कीता जाए, तां ये सारे कर्म की हन, घटिया हन। जो भी कर्म मालिक दी रज़ा तो बिना कीता जाए वो सारे ही सच्चों उरै उरा ही ने, भाव घटिया ही हन। अते सिमरन रूप कर्म सब कर्मां धर्मां तो श्रेष्ठ है, उपर सच आचार। सब को ऊंचा आखिए नीच न दिसै कोई, सतगुरु पातशाह जी आखते हैं कि फिर सब को ऊंचा आखिए कि पर कर्म कांड के जाल विच फसे जिहड़े उच्ची जात वाले बंदे होंदे ने ना, कि उच्च जातीय बंदियां नूं भी निंदना जिहड़ा वो ठीक नहीं है, क्योंकि हरेक जीव नूं चंगा ही आखना चाहिए। कि कोई भी मनुख है वो अपनी मत नाल गलत कर्म करता है, ਅਤੇ ਜੇਕਰ ਉਹਦੇ ਕੋਲ ਚੰਗੀ ਮੱਤ ਹੋਏਗੀ ਤੇ ਉਹ ਚੰਗਾ ਕਰਮ ਕਰੇਗਾ, ਜੇ ਮਾੜੀ ਮੱਤ ਹੋਏਗੀ ਤੇ ਮਾੜਾ ਹੀ ਕਰਮ ਕਰੇਗਾ। ਕਦੇ ਵੀ ਸਰੀਰ ਦਾ ਜਾਂ ਜੀਵ ਦਾ ਦੋਸ਼ ਨਹੀਂ ਹੁੰਦਾ। ਸਰੀਰ ਉਹੀ ਚੰਗੇ ਮਨੁੱਖ ਦਾ ਹੁੰਦਾ ਹੈ, ਉਹੀ ਮਾੜੇ ਮਨੁੱਖ ਦਾ ਹੁੰਦਾ ਹੈ। ਕੋਈ ਵੀ ਹੈ, ਭਾਵੇਂ ਕਿਸੇ ਨੂੰ ਵੀ ਅਸੀਂ ਇਤਿਹਾਸ ਦੇ ਵਿੱਚੋਂ ਦੇਖ ਲਈਏ ਕਿ ਜਿਹੜਾ ਪਹਿਲਾਂ ਬੜੇ ਮਾੜੇ ਕਰਮ ਕਰਦਾ ਹੋਏ ਤੇ ਬਾਅਦ ਦੇ ਵਿੱਚ ਬਹੁਤ ਚੰਗਾ ਬਣ ਜਾਏ। ਭਾਵੇਂ ਭਾਈ ਭੂਮੀਆ ਜੀ ਵਰਗਾ ਹੀ ਕਿਉਂ ਨਾ ਹੋਏ, ਕਿ ਪਹਿਲਾਂ ਦੇਖੋ ਚੋਰੀਆਂ ਕਰਦਾ, ਪਰ ਜਦੋਂ ਗੁਰੂ ਨਾਲ ਜਿਹੜੀ ਭੇਂਟ ਹੋ ਜਾਂਦੀ ਫਿਰ ਕੀ ਹੋ ਜਾਂਦਾ ਕਿ ਭਾਵੇਂ ਉਹ ਆਪਣਾ ਕਰਮ ਨਹੀਂ ਛੱਡਦਾ, ਪਰ ਗੁਰੂ ਦਾ ਇੱਕ ਤਰੀਕਾ ਸਮਝਾਉਣ ਦਾ ਨੂੰ ਉਹ ਵੀ ਚੰਗੇ ਰਸਤੇ 'ਤੇ ਪੈ ਜਾਂਦਾ। ਭਾਈ ਸੱਜਣ ਜੀ ਦੀ ਗੱਲ ਕਰ ਲਈਏ ਅਸੀਂ, ਕਿ ਦੇਖੋ ਪਹਿਲਾਂ ਕਿਹੋ ਜਿਹਾ ਜੀਵਨ ਹੈ, ਲੋਕਾਂ ਨੂੰ ਕਤਲ ਕਰਨਾ ਅਤੇ ਕਈ ਕੁਝ ਹੈ ਜਿਹੜਾ ਉਹ ਧਰਮ ਦਾ ਭੇਖ ਪਹਿਨ ਕੇ ਜਿਹੜਾ ਉਹਨਾਂ ਨੂੰ ਕਤਲ ਕਰਨਾ, ਲੁੱਟਣਾ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਹੜੀ ਭੇਂਟ ਹੋ ਜਾਂਦੀ ਹੈ, ਫਿਰ ਕੀ ਹੈ, ਜੀਵਨ ਬਦਲ ਜਾਂਦਾ, ਕਰਮ ਬਦਲ ਜਾਂਦੇ ਨੇ। ਸਰੀਰ ਤਾਂ ਉਹੀ ਰਹਿੰਦਾ, ਸਵਾਸ ਵੀ ਉਹੀ ਚੱਲਦੇ ਨੇ, ਉਹੀ ਜਿਹੜਾ ਚੋਗਾ ਪਹਿਲਾਂ ਪਹਿਨ ਰਿਹਾ ਸੀ ਉਹੀ ਪਹਿਨ ਰਿਹਾ, ਪਰ ਕੀ ਹੈ, ਕਰਮ ਬਦਲ ਗਏ ਨੇ। ਕਿ ਮੱਤ ਜਿਹੜੀ ਹੈ ਪੂਰੇ ਗੁਰੂ ਤੋਂ ਮਿਲ ਗਈ ਅਤੇ ਉਹਦੇ ਕਰਕੇ ਉਹਦਾ ਜੀਵਨ ਤਬਦੀਲ ਹੋ ਗਿਆ। ਇਸੇ ਕਰਕੇ ਪਾਤਸ਼ਾਹ ਜੀ ਆਖ ਰਹੇ ਨੇ ਕਿ ਬਾਹਰੋਂ ਕਿਸੇ ਨੂੰ ਨਿੰਦਣਾ ਹੈ ਜਿਹੜਾ ਉਹ ਠੀਕ ਨਹੀਂ ਹੈ। ਨੀਚ ਨਾ ਦਿਸੈ ਕੋਈ ਵੀ ਮਨੁੱਖ, ਕਿਸੇ ਵੀ ਮਨੁੱਖ ਨੂੰ ਨੀਚ ਨਹੀਂ ਆਖਣਾ ਚਾਹੀਦਾ। ਅਤੇ ਜਗਤ ਵਿੱਚ ਜਿਹੜਾ ਕੋਈ ਨੀਚ ਨਹੀਂ ਦਿਸਦਾ, ਕਿਉਂਕਿ ਇੱਕ ਕਰਤਾਰ ਨੇ ਹੀ ਸਾਰੇ ਜੀਵ ਰਚੇ ਨੇ। ਕਿਉਂਕਿ ਸਭ ਨੂੰ ਬਣਾਉਣ ਵਾਲਾ ਜਿਹੜਾ ਹੈ ਉਹ ਆਪ ਹੀ ਹੈ। ਇੱਕ ਨੇ ਭਾਂਡੇ ਸਾਜਿਆ ਇੱਕ ਚਾਨਣ ਤੇ ਲੋਏ, ਇੱਕ ਮਾਲਕ ਨੇ ਹੀ ਇਹ ਸਾਰੇ ਜੀਵ ਰੂਪ ਭਾਂਡੇ ਜਿਹੜੇ ਨੇ ਉਹ ਬਣਾਏ ਹਨ, ਸਾਜੇ ਹਨ। ਇੱਕ ਚਾਨਣ ਤੇ ਲੋਏ, ਅਤੇ ਤਿੰਨਾਂ ਲੋਕਾਂ ਦੇ ਜੀਵਾਂ ਵਿੱਚ ਉਸੇ ਕਰਤਾਰ ਦੀ ਜੋਤ ਦਾ ਹੀ ਚਾਨਣ ਹੈ। ਕਿ ਉਸ ਮਾਲਕ ਦੀ ਜੋਤ ਰੂਪ ਅੰਸ਼ ਹੀ ਹੈ ਜੋ ਸਾਰੇ ਜੀਵਾਂ ਵਿੱਚ ਬਿਰਾਜਮਾਨ ਹੈ, ਜਿਹਦੇ ਕਰਕੇ ਸਾਰੇ ਜੀਵ ਜਿਹੜੇ ਉਹ ਚੱਲਦੇ ਫਿਰਦੇ ਨੇ। ਅਤੇ ਤੇਹ ਲੋਏ, ਉਹਨਾਂ ਕਰਕੇ ਹੀ, ਉਸ ਮਾਲਕ ਦੀ ਜੋਤ ਕਰਕੇ ਹੀ ਸਭਨਾਂ ਦੇ ਅੰਦਰ ਜਿਹੜਾ ਉਹ ਚਾਨਣ ਹੈ। ਕਰਮ ਮਿਲੈ ਸੱਚ ਪਾਈਐ ਤੁਰ ਬਖਸ਼ ਨ ਮਿਟੈ ਕੋਏ, ਪਾਤਸ਼ਾਹ ਜੀ ਆਖਣ ਲੱਗੇ ਕਰਮ ਮਿਲੈ, ਕਿ ਜੇਕਰ ਮਾਲਕ ਦੇ ਸਿਮਰਨ ਨਾਲ, ਉਹਦੀ ਰਜ਼ਾ ਦੇ ਨਾਲ, ਪ੍ਰਭੂ ਦੀ, ਗੁਰੂ ਦੀ ਮਿਹਰ ਨਾਲ ਜਿਹੜਾ ਹੀ ਉਹ ਮਿਲਦਾ ਹੈ। ਕਿ ਜਿਹੜਾ ਸਿਮਰਨ ਹੈ, ਉਹਦੀ ਭਗਤੀ ਹੈ, ਉਹਦੀ ਯਾਦ ਹੈ, ਉਹਦਾ ਸ਼ਬਦ ਹੈ,
ਉਸ ਮਾਲਕ ਗੁਰੂ ਦੀ ਮਿਹਰ ਨਾਲ ਹੀ ਜਿਹੜਾ ਹੈ ਮਿਲਦਾ ਹੈ। ਅਤੇ ਧੁਰੋਂ ਪ੍ਰਭੂ ਦੇ ਹੁਕਮ ਅਨੁਸਾਰ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਫਿਰ ਮਿਲਦੀ ਹੈ, ਕੋਈ ਧਿਰ ਉਸ ਦਾਤ ਦੇ ਰਾਹ ਵਿੱਚ ਫਿਰ ਰੋਕ ਨਹੀਂ ਪਾ ਸਕਦੀ। ਕਹਿਣ ਤੋਂ ਭਾਵ ਹੈ ਕਿ ਕੋਈ ਵੀ ਮਨੁੱਖ ਹੈ ਜਿਹੜਾ ਫਿਰ ਉਸ ਦੇ ਰਸਤੇ ਦੇ ਵਿੱਚ ਫਿਰ ਰੋਕ ਨਹੀਂ ਬਣਦਾ, ਹਮੇਸ਼ਾ ਹੀ ਉਹਦਾ ਜੀਵਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਜਿਹੜਾ ਮਨੁੱਖ ਮਾਲਕ ਦੇ ਨਾਲ ਇੱਕਮਿਕ ਹੋ ਜਾਂਦਾ ਹੈ। ਸਾਧ ਮਿਲੈ ਸਾਧੂ ਜਨੈ, ਸੰਤੋਖ ਵਸੈ ਗੁਰ ਪਾਏ। ਪਾਤਸ਼ਾਹ ਜੀ ਆਖਣ ਲੱਗੇ ਸਾਧ ਮਿਲੈ ਸਾਧੂ ਜਨੈ, ਕਿ ਜਿਹੜਾ ਗੁਰਮੁਖ ਮਨੁੱਖ ਗੁਰਮੁਖਾਂ ਦੀ ਸੰਗਤ ਵਿੱਚ ਫਿਰ ਮਿਲ ਬੈਠਦਾ ਹੈ। ਸਾਧ ਮਿਲੈ ਸਾਧੂ ਜਨੈ, ਬਹੁਤੀ ਵਾਰ ਸਾਧ ਅਤੇ ਸਾਧੂ ਸ਼ਬਦ ਕੀ ਹੈ, ਗੁਰੂ ਵਾਸਤੇ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ। ਇੱਥੇ ਸਾਧ ਮਿਲੇ ਭਾਵ ਗੁਰਮੁਖ ਮਿਲੇ, ਕਿ ਜੇ ਕੋਈ ਗੁਰਮੁਖ ਹੈ ਜਿਹੜਾ ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲ ਜਾਏ, ਮਿਲ ਬੈਠਦਾ ਹੈ, ਗੁਰੂ ਆਸ਼ੇ ਅਨੁਸਾਰ ਤੁਰਿਆਂ ਉਸ ਦੇ ਮਨ ਵਿੱਚ ਸੰਤੋਖ ਜਿਹੜਾ ਹੈ ਉਹ ਆ ਵਸਦਾ ਹੈ। ਗੁਰ ਭਾਏ, ਗੁਰੂ ਦੀ ਭਾਵਨਾ, ਗੁਰੂ ਦੇ ਆਸ਼ੇ ਅਨੁਸਾਰ ਫਿਰ ਉਹ ਸੰਤੋਖ ਦਾ ਧਾਰਨੀ ਜਿਹੜਾ ਉਹ ਹੋ ਜਾਂਦਾ ਹੈ। ਅਕਥ ਕਥਾ ਵਿਚਾਰੀਐ, ਜੇ ਸਤਿਗੁਰ ਮਾਹਿ ਸਮਾਏ। ਪਾਤਸ਼ਾਹ ਜੀ ਆਖਣ ਲੱਗੇ ਜੇ ਸਤਿਗੁਰ ਮਾਹਿ ਸਮਾਏ, ਜੇ ਮਨੁੱਖ ਸਤਿਗੁਰੂ ਦੇ ਉਪਦੇਸ਼ ਵਿੱਚ ਲੀਨ ਰਹੇ, ਸ਼ਬਦ ਵਿੱਚ ਲੀਨ ਰਹੇ ਅਤੇ ਅਕਥ ਕਥਾ ਵਿਚਾਰੀਏ, ਤਾਂ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫਤ ਸਲਾਹ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਤਾਂ ਹੀ ਉਹਦੇ ਗੁਣਾਂ ਦੀ ਵਿਚਾਰ ਹੋ ਸਕਦੀ ਹੈ, ਜੇ ਗੁਰੂ ਦੇ ਸ਼ਬਦ ਦੇ ਵਿੱਚ ਮਨੁੱਖ ਹੈ ਜਿਹੜਾ ਉਹ ਜੁੜ ਜਾਏ। ਪੀ ਅੰਮ੍ਰਿਤ ਸੰਤੋਖਿਆ, ਦਰਗਾਹ ਪੈਦਾ ਜਾਏ। ਤੇ ਸਿਫਤ ਸਲਾਹ ਰੂਪ ਅੰਮ੍ਰਿਤ ਪੀਤਿਆਂ ਮਨ ਸੰਤੋਖ ਗ੍ਰਹਿਣ ਜਿਹੜਾ ਉਹ ਕਰ ਲੈਂਦਾ ਹੈ, ਕਿ ਮਾਲਕ ਦੀ ਸਿਫਤ ਸਲਾਹ ਜਦੋਂ ਜੀਵਨ ਦੇ ਵਿੱਚ ਵਸ ਜਾਏ, ਮਨ ਦੇ ਵਿੱਚ ਵਸ ਜਾਏ, ਉਦੋਂ ਫਿਰ ਮਾਲਕ ਦਾ ਜਿਹੜਾ ਸਿਫਤ ਸਲਾਹ ਰੂਪ ਅੰਮ੍ਰਿਤ ਹੈ ਉਹ ਪੀਣ ਦੇ ਨਾਲ, ਭਾਵ ਕਿ ਜਦੋਂ ਮਾਲਕ ਦੇ ਨਾਮ ਦੀ ਉਹਦੀ ਰਜ਼ਾ ਦੀ ਜਿਹੜੀ ਹੈ ਯਾਦ ਬਣੀ ਰਹੇ, ਇਹ ਹੈ ਅੰਮ੍ਰਿਤ ਪੀਣਾ, ਕਿ ਹਮੇਸ਼ਾ ਹੀ ਉਹਦੀ ਰਜ਼ਾ ਹੈ ਉਹ ਜੀਵਨ ਦੇ ਵਿੱਚ ਵਸੀ ਰਹੇ। ਇਹ ਹੈ ਪੀ ਅੰਮ੍ਰਿਤ ਸੰਤੋਖਿਆ, ਅਤੇ ਇਸ ਦੇ ਨਾਲ ਮਨ ਫਿਰ ਸੰਤੋਖ ਪ੍ਰਾਪਤ ਕਰ ਲੈਂਦਾ ਹੈ। ਦਰਗਾਹ ਪੈਦਾ ਜਾਏ, ਤੇ ਜਗਤ ਵਿੱਚੋਂ ਆਦਰ ਮਾਣ ਖੱਟ ਕੇ ਫਿਰ ਮਾਲਕ ਦੀ ਹਜ਼ੂਰੀ ਪ੍ਰਾਪਤ ਕਰਦਾ ਹੈ। ਘਟ ਘਟ ਵਾਜੈ ਕਿੰਗੂਰੀ, ਅਨ ਦਿਨ ਸ਼ਬਦ ਸੁਭਾਏ। ਪਾਤਸ਼ਾਹ ਜੀ ਆਖਣ ਲੱਗੇ ਕਿੰਗੁਰੀ, ਕਿੰਗੁਰੀ ਤੋਂ ਭਾਵ ਬੀਨ, ਵੀਣਾ। ਹੁਣ ਇੱਥੇ ਪਾਤਸ਼ਾਹ ਜੀ ਨੇ ਸੰਦਰਭ ਦੇ ਵਿੱਚ ਲਿਆ ਕਿ ਜੀਵਨ ਦੀ ਇੱਕ ਰੌਂ ਹੈ ਜਿਹੜੀ ਉਹ ਲਗਾਤਾਰ ਵੱਜ ਰਹੀ ਹੈ। ਘਟ ਘਟ ਭਾਵ ਹਰ ਇੱਕ ਸਰੀਰ ਦੇ ਅੰਦਰ ਗੁਰੂ ਦੇ ਸ਼ਬਦ ਰਾਹੀਂ ਸਤਿਗੁਰੂ ਜੀ ਆਖਣ ਲੱਗੇ ਵਾਜੈ ਕਿੰਗੁਰੀ ਅਨ ਦਿਨ ਸ਼ਬਦ ਸੁਭਾਏ। ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਸੁਭਾਅ ਵਿੱਚ ਹਰ ਵੇਲੇ ਇੱਕਮਿਕ ਹੋਏ ਰਿਹਾ। ਇਹ ਫਿਰ ਯਕੀਨ ਬਣ ਜਾਂਦਾ ਹੈ, ਭਰੋਸਾ ਬਣ ਜਾਂਦਾ ਹੈ ਕਿ ਰੱਬੀ ਜੀਵਨ ਦੀ ਰੌਂ ਦੀ ਜਿਹੜੀ ਹੈ ਉਹ ਬੀਨ ਹਰੇਕ ਸਰੀਰ ਵਿੱਚ ਵੱਜ ਰਹੀ ਹੈ। ਕਿਸ ਤਰ੍ਹਾਂ? ਘਟ ਘਟ ਵਿਆਪ ਰਹਿਆ ਭਗਵੰਤ, ਸਭ ਮੈਂ ਜੋਤ ਜੋਤ ਹੈ ਸੋਏ। ਕਿ ਇਹ ਜਿਹੜੀ ਸਮਝ ਪੈ ਜਾਂਦੀ ਕਿ ਸਭ ਦੇ ਵਿੱਚ ਮਾਲਕ ਹੀ ਹਰ ਸਮੇਂ ਵਰਤ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਕਿਸੇ ਨੇ ਪ੍ਰਗਟ ਕਰ ਲਿਆ, ਕਿਸੇ ਨੇ ਪ੍ਰਗਟ ਨਹੀਂ ਕੀਤਾ, ਪਰ ਉਹ ਸਾਰਿਆਂ ਦੇ ਵਿੱਚ ਹੀ ਜਿਹੜਾ ਹੈ ਉਹ ਵਰਤ ਰਿਹਾ ਹੈ।
ਵਿਰਲੇ ਕੋ ਸੂਝੀ ਪਈ, ਗੁਰਮੁਖ ਮਨ ਸਮਝਾਏ। ਪਾਤਸ਼ਾਹ ਜੀ ਆਖਣ ਲੱਗੇ, ਪਰ ਇਹ ਜਿਹੜੀ ਸਮਝ ਹੈ, ਇਹ ਸੋਝੀ ਹੈ, ਇਹ ਕਿਸੇ ਵਿਰਲੇ ਨੂੰ ਹੀ ਪੈਂਦੀ ਹੈ। ਇਹਦੇ ਬਾਰੇ ਗਿਆਨ ਹੈ, ਸਮਝ ਹੈ, ਉਹ ਕਿਸੇ ਵਿਰਲੇ ਨੂੰ ਹੀ ਪੈਂਦਾ ਹੈ। ਗੁਰਮੁਖ ਮਨ ਸਮਝਾਏ, ਜਦੋਂ ਗੁਰੂ ਦੇ ਸਨਮੁਖ ਹੋਇਆਂ ਫਿਰ ਉਹ ਮਨ ਨੂੰ ਸਮਝਾਉਂਦਾ ਹੈ। ਭਾਵ ਮਨ ਹੈ ਜਿਹੜਾ ਉਹ ਗੁਰੂ ਤੋਂ ਸਮਝ ਜਿਹੜੀ ਉਹ ਪ੍ਰਾਪਤ ਕਰਦਾ ਹੈ। ਨਾਨਕ ਨਾਮ ਨਾ ਵਿਸਰੈ, ਛੂਟੈ ਸ਼ਬਦ ਕਮਾਏ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਮਨ ਨੂੰ ਇਉਂ ਸਮਝਾ ਲੈਂਦਾ ਹੈ, ਇਸ ਤਰ੍ਹਾਂ ਜਿਹੜਾ ਉਹ ਸਮਝਾ ਲੈਂਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ ਫਿਰ ਕਦੇ ਨਹੀਂ ਭੁੱਲਦਾ, ਕਦੇ ਨਹੀਂ ਵਿਸਰਦਾ ਹੈ। ਉਹ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਗੁਰ ਸ਼ਬਦ ਅਨੁਸਾਰ ਜੀਵਨ ਬਣਾ ਕੇ ਹਉਮੈ ਆਦਿਕ ਰੋਗਾਂ ਤੋਂ ਫਿਰ ਜਿਹੜਾ ਹੈ ਉਹ ਬਚਿਆ ਰਹਿੰਦਾ ਹੈ। ਛੂਟੈ ਸ਼ਬਦ ਕਮਾਏ, ਸ਼ਬਦ ਦੀ ਕਮਾਈ ਕਰਕੇ ਹੀ ਫਿਰ ਵਿਕਾਰਾਂ ਤੋਂ, ਇਹਨਾਂ ਵਹਿਮਾਂ ਭਰਮਾਂ ਤੋਂ, ਬਾਹਰੀ ਕਰਮਾਂ ਕਾਂਡਾਂ ਤੋਂ ਮਾਲਕ ਜੀ ਆਖਦੇ ਨੇ ਬਚਿਆ ਰਹਿੰਦਾ ਹੈ। ਉਹੀ ਮਨੁੱਖ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਪਾਤਸ਼ਾਹ ਜੀ ਰਹਿਮਤ ਕਰਨ ਕਿ ਅਸੀਂ ਵੀ ਇਹਨਾਂ ਬਾਹਰੀ ਕਰਮ ਕਾਂਡਾਂ ਤੋਂ ਜਿਹੜੇ ਹੈ ਉਹ ਇਹਨਾਂ ਨੂੰ ਛੱਡਦੇ ਹੋਏ ਗੁਰੂ ਦੇ ਸ਼ਬਦ ਵਿੱਚ ਆਪਣਾ ਜਿਹੜਾ ਉਹ ਜੀਵਨ, ਮਨ, ਧਿਆਨ ਉਹ ਜੋੜਨਾ ਕਰੀਏ। ਕਿਉਂਕਿ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਸੋਚਦੇ ਹਾਂ ਮਨੁੱਖ ਦਾ ਮਨ ਹੈ ਜਿਹੜਾ ਉਹ ਬੜਾ ਚੰਚਲ ਹੈ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਆਪਣੇ ਮਨ ਦੀ ਜਿੰਨੀ ਵੀ ਭਾਵਨਾ ਹੁੰਦੀ, ਕਿਸੇ ਦੀ ਘੱਟ ਹੁੰਦੀ, ਕਿਸੇ ਦੀ ਵੱਧ ਹੁੰਦੀ ਹੈ, ਉਹ ਗੁਰੂ ਚਰਨਾਂ ਦੇ ਵਿੱਚ ਅਰਦਾਸ ਜ਼ਰੂਰ ਕਰਦੇ, ਪਰ ਮਾਲਕ ਨੂੰ ਜੋ ਪਾਉਂਦਾ ਹੁੰਦਾ ਉਹੀ ਹੈ। ਫਿਰ ਅਸੀਂ ਕਈ ਵਾਰ ਉਤਾਵਲੇ ਹੋ ਜਾਂਦੇ ਹਾਂ ਕਿ ਛੇਤੀ ਦੇ ਨਾਲ ਅਸੀਂ ਕਾਰਜ ਪੂਰਨ ਕਰ ਲਈਏ। ਫਿਰ ਅਸੀਂ ਕਈ ਵਾਰ ਜੀਵਨ ਦੇ ਵਿੱਚ ਅਜਿਹੇ ਕਦਮ ਚੁੱਕਦੇ ਹਾਂ ਕਿ ਛੇਤੀ ਦੇ ਨਾਲ ਅਸੀਂ ਇਹ ਕਾਰਜ ਸੰਪੂਰਨ ਕਰ ਲਈਏ। ਜਿਵੇਂ ਕਿ